Hello students, today we will start with the topic osmosis and osmotic pressure. So first of all, what is osmosis? Basically osmosis is the spontaneous movement of the solvent molecules either from pure solvent into the solution or from the dilute solution into the concentrated solution through a semi-permeable membrane. So osmosis ਕੀ ਹੈਗੀ ਆ spontaneous movement ਹੈਗੀ ਆ ਜਾਂ ਤੇ ਜਾਵੇ ਜਿਹੜੇ ਪਿਓਰ ਸੋਲਵੈਂਟ ਮੋਲੀਕਿਊਲਸ ਹੈਗੇ ਨੇ ਉਹ ਸੋਲਿਊਸ਼ਨ ਵੱਲ ਜਾਣ ਜਾਂ ਫਿਰ ਜਿਹੜੇ ਡਿਲਿਊਟ ਸੋਲਿਊਸ਼ਨਸ ਹੈਗੇ ਨੇ ਉਹ ਕੰਸਨਟ੍ਰੇਟਿਡ ਸੋਲਿਊਸ਼ਨ ਵੱਲ ਜਾਣ ਥਰੂ ਅ ਸੈਮੀ ਪਰਮੀਏਬਲ ਮੈਮਬ੍ਰੇਨ। ਬੇਸਿਕਲੀ ਸੈਮੀ ਪਰਮੀਏਬਲ ਮੈਮਬ੍ਰੇਨ ਇੱਕ ਸ਼ੀਟ ਟਾਈਪ ਮੈਮਬ੍ਰੇਨ ਹੁੰਦੀ ਹੈ ਜਿਹਦੇ ਵਿੱਚ ਛੋਟੇ ਛੋਟੇ ਪੋਰਸ ਹੁੰਦੇ ਨੇ ਜੇ ਬਹੁਤ ਸਿਲੈਕਟਿਵ ਹੁੰਦੀ ਆ ਉਹਦੇ ਵਿੱਚੋਂ ਸਿਰਫ ਸੋਲਵੈਂਟ ਮੋਲੀਕਿਊਲਸ ਹੀ ਪਾਸ ਹੋ ਸਕਦੇ ਨੇ। ਫਰਦਰ ਅਸੀਂ ਇੱਕ ਡਾਇਗਰਾਮ ਬਣਾਈ ਹੋਈ ਹੈ ਉਹਦੇ ਵਿੱਚ ਅਸੀਂ ਕੀਤਾ ਹੋਇਆ ਇੱਕ ਬੀਕਰ ਹੈ। ਬੀਕਰ ਦੇ ਵਿੱਚ ਅਸੀਂ ਇੱਕ ਇਨਵਰਟਿਡ ਥਿਸਟਲ ਫਨਲ ਲਗਾਈ ਹੋਈ ਹੈ। ਥਿਸਟਲ ਫਨਲ ਨੂੰ ਉਲਟਾ ਕਰਕੇ ਲਗਾਇਆ ਹੋਇਆ ਅਤੇ ਉਹਨੂੰ ਟਰਾਈਪੋਡ ਸਟੈਂਡ ਨਾਲ ਲਗਾਇਆ ਹੋਇਆ। ਆਪਣੇ ਬੀਕਰ ਦੇ ਵਿੱਚ ਪਿਓਰ ਵਾਟਰ ਹੈ ਅਤੇ ਜਿਹੜੀ ਥਿਸਟਲ ਫਨਲ ਆ ਉਹਦੇ ਵਿੱਚ ਅਸੀਂ ਸੋਲਿਊਸ਼ਨ ਪਾਇਆ ਹੋਇਆ ਅਤੇ ਨੀਚੇ ਅਸੀਂ ਕੀ ਲਗਾਇਆ ਹੋਇਆ ਇੱਕ ਮੈਮਬ੍ਰੇਨ ਲਗਾਈ ਹੋਈ ਆ। ਇਹ ਸੈਲੋਫੇਨ ਮੈਮਬ੍ਰੇਨ ਵੀ ਹੋ ਸਕਦੀ ਆ, ਪਰਚਮੈਂਟ ਪੇਪਰ ਮੈਮਬ੍ਰੇਨ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਕੀ ਹੋਏਗਾ ਜਦ ਸੈਮੀ ਪਰਮੀਏਬਲ ਮੈਮਬ੍ਰੇਨ ਵਰਕ ਨਹੀਂ ਕਰੇਗੀ ਸੋਲਿਊਸ਼ਨ ਦਾ ਲੈਵਲ ਥੋੜ੍ਹਾ ਹੋਏਗਾ ਕਿਉਂਕਿ ਕੋਈ ਚੀਜ਼ ਐਡ ਨਹੀਂ ਹੋ ਰਹੀ। ਜਿਵੇਂ ਹੀ ਇਨੀਸ਼ੀਅਲ ਲੈਵਲ ਥੋੜ੍ਹਾ ਹੋਏਗਾ ਜਿਵੇਂ ਹੀ ਪ੍ਰੋਸੈਸ ਚੱਲਣਾ ਸ਼ੁਰੂ ਹੋਏਗਾ ਸੋਲਵੈਂਟ ਮੋਲੀਕੂਲ ਜਿਹੜਾ ਪਿਓਰ ਸੋਲਵੈਂਟ ਹੈਗਾ ਉਹ ਕਿਹਦੇ ਵਿੱਚ ਜਾਣਾ ਸ਼ੁਰੂ ਹੋ ਜਾਏਗਾ ਸੋਲਿਊਸ਼ਨ ਦੇ ਵਿੱਚ। ਹੁਣ ਚੀਜ਼ ਐਡ ਅਪ ਹੋ ਰਹੀ ਆ ਅਤੇ ਜਿਹੜੀ ਥਿਸਟਲ ਫਨਲ ਦੇ ਵਿੱਚ ਲੈਵਲ ਵੀ ਕੀ ਹੋ ਜਾਏਗਾ ਰਾਈਜ਼ ਹੋ ਜਾਏਗਾ। ਇਹੀ ਅਸੀਂ ਥਿਓਰੀ ਦੇ ਵਿੱਚ ਲਿਖਿਆ ਹੋਇਆ ਕਿ ਕੰਸੀਡਰ ਐਨ ਐਕੁਅਸ ਸੋਲਿਊਸ਼ਨ of sugar placed in an inverted thistle funnel having a semi-permeable membrane such as parchment paper attached to its bottom. The thistle funnel is lowered into a beaker containing water. The membrane is such that it allows only the molecules of the solvent and not of the solute pass through it. Thus, there will be movement of water molecules from pure solvent into solution. As a result, water passes into it. Thistle funnel and level of the solution in thistle funnel rises gradually. So this process is known as osmosis. Further, what is SPM? SPM की फुल फॉर्म होती है सेमी परमिएबल मेम्ब्रेन। सेमी परमिएबल मेम्ब्रेन दीज आर द मेम्ब्रेन्स विच आर अलाउज ओनली द मूवमेंट ऑफ द सॉल्वेंट मॉलिक्यूल थ्रू दैम। ਉਹ ਵਾਲੀ ਮੈਮਬ੍ਰੇਨਸ ਜਿਹਦੇ ਵਿੱਚ ਸਿਰਫ ਸੋਲਵੈਂਟ ਮੋਲੀਕਿਊਲਸ ਹੀ ਪਾਸ ਹੋ ਸਕਦੇ ਨੇ ਉਹਨੂੰ ਅਸੀਂ ਕੀ ਕਹਿੰਦੇ ਹਾਂ ਸੈਮੀ ਪਰਮੀਏਬਲ ਮੈਮਬ੍ਰੇਨ ਕਹਿੰਦੇ ਹਾਂ। ਇੱਕ ਸ਼ੀਟ ਦੀ ਤਰ੍ਹਾਂ ਦਿਖਦੀ ਆ ਬਟ ਦੇ ਹੈਵ ਟਿਨੀ ਸੀਵਸ। ਇਹਨਾਂ ਵਿੱਚ ਛੋਟੀਆਂ ਛੋਟੀਆਂ ਸੀਵਸ ਹੁੰਦੀਆਂ ਨੇ ਵਿਚ ਆਰ ਸੈਮੀ ਮਾਈਕਰੋ ਇਨ ਨੇਚਰ। ਸੈਮੀ ਮਾਈਕਰੋ ਹੁੰਦਾ ਵਾ ਕਿ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ ਨੇ। ਥਰੂ ਦੀ ਸੀਵਸ ਓਨਲੀ ਦ ਸੋਲਵੈਂਟ ਸਿਰਫ ਸੋਲਵੈਂਟ ਮੋਲੀਕਿਊਲਸ ਪਾਸ ਹੋ ਸਕਦੇ ਨੇ ਸੋਲਿਊਟ ਨਹੀਂ ਹੋ ਸਕਦੇ ਕਿਉਂਕਿ ਸੋਲਿਊਟ ਮੋਲੀਕਿਊਲਸ ਦਾ ਸਾਈਜ਼ ਕੀ ਹੁੰਦਾ ਵਾ ਵੱਡਾ ਹੁੰਦਾ ਵਾ। ਸੀਵਸ ਛੋਟੀਆਂ ਹੁੰਦੀਆਂ ਹੁਣ ਕੋਈ ਵੱਡੀ ਚੀਜ਼ ਨੀਚੇ ਨਹੀਂ ਨਾ ਜਾ ਸਕਦੀ। ਜਿਵੇਂ ਅਸੀਂ ਐਗਜ਼ਾਮਪਲ ਲੈ ਲਈਏ ਟੀ ਦੀ। ਅਸੀਂ ਚਾਹ ਬਣਾਉਂਦੇ ਹਾਂ ਅਤੇ ਅਸੀਂ ਕੀ ਕਰਦੇ ਨੀਚੇ ਇੱਕ ਕੱਪ ਰੱਖ ਲੈਂਦੇ ਹਾਂ ਅਤੇ ਚਾਹ ਪਾਣੀ ਨੂੰ ਫੜ ਕੇ ਉਹਦੇ ਵਿੱਚ ਜਦ ਅਸੀਂ ਪਾਉਂਦੇ ਹਾਂ ਅਤੇ ਹੁਣ ਸੀਵਸ ਦੇ ਅਕੋਰਡਿੰਗਲੀ ਜਿਹੜੀ ਚਾਹ ਪੱਤੀ ਹੈਗੀ ਆ ਉਹਦਾ ਸਾਈਜ਼ ਕੀ ਹੈਗਾ ਵੱਡਾ ਹੈਗਾ ਉਹ ਸੀਵਸ ਦੇ ਵਿੱਚੋਂ ਨਹੀਂ ਜਾ ਪਾਉਂਦੀਆਂ। ਉੱਦਾਂ ਹੀ ਕੀ ਹੈਗਾ ਅਤੇ ਆਪਣਾ ਹੁਣ ਕੀ ਹੈਗਾ ਚਾਹ ਹੈਗੀ ਉਹ ਕੀ ਹੈਗਾ ਸੋਲਵੈਂਟ ਉਹ ਪਾਸ ਹੋ ਜਾਂਦਾ ਨੀਚੇ ਨੂੰ। ਉੱਦਾਂ ਹੀ ਆਪਣੇ ਕੋਲ ਸੈਮੀ ਪਰਮੀਏਬਲ ਮੈਮਬ੍ਰੇਨ ਵਰਕ ਕਰਦੀ ਹੈ। ਜਿਹੜੇ ਸੋਲਿਊਟ ਮੋਲੀਕਿਊਲਸ ਹੁੰਦੇ ਨੇ ਉਹ ਬਿੱਗਰ ਸਾਈਜ਼ ਦੇ ਹੁੰਦੇ ਨੇ ਦੈਨ ਦਾ ਸੋਲਵੈਂਟ ਮੋਲੀਕਿਊਲਸ। ਇਸ ਕਰਕੇ ਇਕੱਲੇ ਸੋਲਵੈਂਟ ਮੋਲੀਕਿਊਲਸ ਹੀ ਪਾਸ ਹੋ ਸਕਦੇ ਨੇ। ਫਰਦਰ ਇਟ ਕੈਨ ਬੀ ਆਫ ਟੂ ਟਾਈਪਸ। SPM ਦੋ ਤਰ੍ਹਾਂ ਦੀ ਹੁੰਦੀ ਹੈ ਨੈਚੁਰਲ SPM ਐਂਡ ਦਾ ਸਿੰਥੈਟਿਕ SPM। ਨੈਚੁਰਲ SPM ਕੀ ਹੁੰਦੀ ਹੈ ਇਹ ਨੇਚਰ ਤੋਂ ਹੀ ਮਿਲਦੀ ਹੈ। ਇਹ ਕਿਤੋਂ ਬਲੈਡਰ ਆਫ ਪਿਗ ਜਾਂ ਗੋਟ ਠੀਕ ਹੈ ਉਹ ਤੋਂ ਮਿਲ ਸਕਦੀ ਹੈ ਜਾਂ ਪਲਾਂਟਸ ਤੋਂ ਮਿਲ ਸਕਦੀ ਹੈ। ਲੇਕਿਨ ਪ੍ਰੋਬਲਮ ਕੀ ਹੈਗੀ ਹੈ ਇਹਦੀ ਕਿਉਂਕਿ ਇਹਦੀ ਸੀਵਸ ਜਿਹੜੀਆਂ ਹੈਗੀਆਂ ਨੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਇਹਦੀ ਸੀਵਸ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਸੋ ਸਾਈਜ਼ ਨੂੰ ਕੰਟਰੋਲ ਨਹੀਂ ਕਰ ਸਕਦੇ ਇਸ ਕਰਕੇ ਨੈਚੁਰਲ SPM ਬਹੁਤ ਸਮਾਲ ਸਕੇਲਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਫਰਦਰ ਆਰਟੀਫਿਸ਼ੀਅਲ SPM ਕੈਮੀਕਲੀ ਅਸੀਂ ਬਣਾਉਂਦੇ ਹਾਂ। ਅਸੀਂ ਐਗਜ਼ਾਮਪਲ ਦਿੱਤੀ ਹੋਈ ਹੈ ਕੋਪਰ ਸਲਫੇਟ CuSO4 + K4 FeCN6 ਪੋਟਾਸ਼ੀਅਮ ਫੈਰੋਸਾਈਨਾਈਡ ਵਿਲ ਫੋਰਮ ਕੋਪਰ ਫੈਰੋਸਾਈਨਾਈਡ। ਜਿਹੜੀ ਕੋਪਰ ਫੈਰੋਸਾਈਨਾਈਡ ਦੀ ਜਿਹੜੀ PPTs ਬਣਨਗੀਆਂ ਇਹ ਆਪਣੇ ਕੋਲ ਕੀ ਹੈ ਆਪਣੇ ਕੋਲ ਇਹ PPTs ਆਪਣੇ ਕੋਲ ਵਰਕ ਕਰਨਗੀਆਂ ਐਜ਼ ਅ SPM ਅਤੇ K2SO4 ਅਸੀਂ ਬਾਹਰ ਐਕਸਟਰੈਕਟ ਕਰ ਲਾਂਗੇ। ਨੈਕਸਟ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੋਰਡਸ ਦੇ ਵਿੱਚ ਬਹੁਤ ਆਉਂਦਾ ਵਾ ਵਾਈ ਦਾ ਐਗ ਪਲੇਸਡ ਇਨ ਪਿਓਰ ਵਾਟਰ ਸਵੈਲ। ਜਿਹੜਾ ਪਿਓਰ ਵਾਟਰ ਦੇ ਵਿੱਚ ਜਿਹੜਾ ਅੰਡਾ ਜਿਹੜਾ ਹੈਗਾ ਵਾ ਉਹ ਫੁੱਲ ਕਿਉਂ ਜਾਂਦਾ ਸਵੈਲ ਕਿਉਂ ਹੋ ਜਾਂਦਾ ਜਦ ਕਿ ਜਿਹੜਾ ਐਗ ਅਸੀਂ ਬ੍ਰਾਈਨ ਸੋਲਿਊਸ਼ਨ ਦੇ ਵਿੱਚ ਪਾਉਂਦੇ। ਬ੍ਰਾਈਨ ਸੋਲਿਊਸ਼ਨ ਕੀ ਹੁੰਦਾ NaCl ਸੋਲਿਊਸ਼ਨ ਉਹਦੇ ਵਿੱਚ ਪਾਉਂਦੇ ਤਾਂ ਸੁੰਗੜ ਜਾਂਦਾ ਸ਼ਰਿੰਕ ਹੋ ਜਾਂਦਾ। ਕਿਉਂ ਹੁੰਦਾ ਕਿਉਂਕਿ ਅਸੀਂ ਡੈਫੀਨੇਸ਼ਨ 'ਚ ਹੀ ਪੜ੍ਹ ਚੁੱਕੇ ਹਾਂ
कि जिहड़ी मूवमेंट हुंदी है डिल्यूट सोल्यूशन इनटू द कंसनट्रेटेड सोल्यूशन हुंदी है, ठीक है। या तो फिर अपने कोल की हुंदा कि जिहड़े सॉल्वेंट मॉलिक्यूल सोल्यूशन दे विच पास करते हैं। इहदे विच सैकेंड पहला जिहड़ा फंडा मैं बोलिया सीगा डिल्यूट सोल्यूशन जिहड़े हैगे ने कंसनट्रेटेड च मूव करते हैं, वो फंडा यूज़ होएगा। जिहड़े वाटर्स हैगे ने वो एग दे विच एंटर करेगा, जिहदे विच की हैगा कंसनट्रेटेड फ्लूइड हैगा वा, ठीक है। एग वॉल्स ਇਹਦੇ ਵਿੱਚ ਕਿਵੇਂ वर्क ਕਰਨਗੀਆਂ, ਸੈਮੀ ਪਰਮੀਏਬਲ ਮੈਮਬ੍ਰੇਨ ਦੀ ਤਰ੍ਹਾਂ वर्क ਕਰਨਗੀਆਂ। ਸੋ ਕੀ ਹੋਏਗਾ, ਜਿਹੜਾ ਵਾਟਰ ਹੈਗਾ ਉਹ ਸੈਮੀ ਪਰਮੀਏਬਲ ਮੈਮਬ੍ਰੇਨ ਤੋਂ ਅੰਦਰ ਚਲ ਜਾਏਗਾ, ਐਗ ਵॉल्स ਤੋਂ ਅੰਦਰ ਚਲੇ ਜਾਏਗਾ, ਕਿਉਂਕਿ ਵਾਟਰ ਡਿਲੂਟ ਹੈਗਾ ਤੇ ਅੰਦਰ ਫਲੂਇਡ ਕੰਸਨਟ੍ਰੇਟਿਡ ਹੈਗਾ। ਔਨ ਦ ਅਦਰ ਹੈਂਡ ਆਪਣੇ ਕੋਲ ਕੀ ਹੈਗਾ, ਆਪਣੇ ਕੋਲ ਬ੍ਰਾਈਨ ਸੋਲਿਊਸ਼ਨ ਹੈਗਾ। ਬ੍ਰਾਈਨ ਸੋਲਿਊਸ਼ਨ ਦੀ ਜਿਹੜੀ ਕੰਸਨਟ੍ਰੇਸ਼ਨ ਹੈਗੀ ਹੈ ਦੈਟ ਇਜ਼ ਮੋਰ ਕੰਸਨਟ੍ਰੇਟਿਡ ਦੈਨ ਦ ਫਲੂਇਡ ਇਨਸਾਈਡ ਦ ਐਗ, ठीक है। तो की होएगा, हुण कंसनट्रेशन बाहर ज़्यादा है तो जिहड़ा एग का जिहड़ा वाटर होएगा फ्लूइड चो जिहड़ा वाटर कंटेंट होएगा वो बाहरली साइड आना शुरू हो जाएगा। सो ये अपने कोल की इस करके वो की होएगा, श्रिंक हो जाएगा। टाइप्स ऑफ ऑस्मोसिस, ऑस्मोसिस दो तरह की होंदी है, एंडो ऑस्मोसिस एंड द एक्सो ऑस्मोसिस। हुण जब मैं कहां एंडो ऑस्मोसिस वो की है इनवर्ड ऑस्मोसिस ऑफ वाटर, वो वाला प्रोसैस जिहदे विच जिहड़ा वाटर कंटेंट सी अंदरली साइड जा रहा सीगा। जिवें एग दे विच जिहड़ा फर्स्ट केस सी प्योर वाटर प्योर सॉल्वेंट वाला प्योर वाटर वाला अंदर वाली साइड जा रहा सी, वो इनवर्ड ऑस्मोसिस हो रही सी, दैट वाज एंडो ऑस्मोसिस। अगे एक्सोऑस्मोसिस की होंदा वो वाला प्रोसैस जिहड़ा जिहदे विच जिहड़ा वाटर कंटेंट है वो बाहरली साइड आंदा, दैट इज़ द एक्सोऑस्मोसिस। फॉर द डिफरेंस बिटवीन ऑस्मोसिस एंड डिफ्यूजन, on the basis of difference now osmosis and diffusion on the basis of semi permeable membrane। osmosis semi permeable membrane चाहिए ਆਪਾਂ ਨੂੰ ਤੇ ਆਪਣੇ ਕੋਲ ਜਿਹੜੀ ਡਿਫਿਊਜ਼ਨ ਹੈ ਉਹਦੇ ਵਿੱਚ ਕੋਈ ਸੈਮੀ ਪਰਮੀਏਬਲ ਮੈਂਬਰੇਨ ਨਹੀਂ ਚਾਹੀਦੀ। ਡਿਫਿਊਜ਼ਨ ਮਤਲਬ ਬ੍ਰੇਕ ਆਊਟ ਹੋਣਾ, ਉਹਦੇ ਵਿੱਚ ਕੋਈ ਸੈਮੀ ਪਰਮੀਏਬਲ ਮੈਂਬਰੇਨ ਨਹੀਂ ਚਾਹੀਦੀ। ਔਨ ਦਾ ਬੇਸਿਸ ਆਫ ਸੋਲਵੈਂਟ ਐਂਡ ਸੋਲਿਊਟ ਮੋਲੀਕਿਊਲਸ, ਜਿਹੜਾ ਪ੍ਰੋਸੈਸ ਹੈਗਾ ਆਸਮੋਸਿਸ ਦਾ, ਇਹਦੇ ਵਿੱਚ ਸਿਰਫ ਸੋਲਵੈਂਟ ਮੋਲੀਕਿਊਲਸ ਹੀ ਪਾਸ ਹੋ ਸਕਦੇ ਨੇ। ਡਿਫਿਊਜ਼ਨ ਦੇ ਵਿੱਚ ਸੋਲਿਊਟ ਵੀ ਹੋ ਸਕਦਾ ਅਤੇ ਸੋਲਵੈਂਟ ਮੋਲੀਕਿਊਲਸ ਵੀ ਪਾਸ ਹੋ ਸਕਦੇ ਨੇ, ਲੇਕਿਨ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵਰਕ ਕਰਨਗੇ। ਜਿਵੇਂ ਅਗਰ ਕੋਈ ਚੀਜ਼ ਨੂੰ ਅਸੀਂ ਡਿਫਿਊਜ਼ ਕਰਾਂਗੇ, ਸੋਲਿਡ ਚੀਜ਼ ਨੀਚੇ ਬੈਠ ਜਾਏਗੀ ਅਤੇ ਜਿਹੜਾ ਵਾਟਰ ਕੰਟੈਂਟ ਆ ਉੱਪਰ ਨੂੰ ਉੱਠ ਜਾਏਗਾ। ਸੋ ਇਹ ਕੀ ਹੈਗਾ, ਉਹ ਓਪੋਜ਼ਿਟ ਵਰਕ ਕਰ ਰਹੇ ਨੇ। ਮੂਵਮੈਂਟ ਇਹਦੇ ਵਿੱਚ ਜਿਹੜੇ ਲੋਅਰ ਕੰਸਨਟ੍ਰੇਸ਼ਨ ਤੋਂ ਹਾਇਰ ਕੰਸਨਟ੍ਰੇਸ਼ਨ ਵੱਲ ਜਾਂਦੀ ਹੈ, ਮੂਵ ਹੁੰਦੇ ਨੇ ਜਿਹੜੇ ਸਾਡੇ ਮੋਲੀਕਿਊਲਸ ਹੁੰਦੇ ਨੇ। ਅਤੇ ਜਿਹੜੇ ਡਿਫਿਊਜ਼ਨ ਹੈਗੀ ਹੈ ਉਹਦੇ ਵਿੱਚ ऑस्मोसिस सिर्फ सॉल्वेंट मॉलीक्यूल्स जाएंगे लोअर कंसनट्रेशन टू द हायर कंसनट्रेशन, लेकिन जो डिफ्यूजन है वो मूवमेंट होएगी सॉल्वेंट एंड द सल्यूट मॉलीक्यूल दोनों की हायर कंसनट्रेशन तो लोअर कंसनट्रेशन वाल। ऑन द बेसिस ऑफ इफैक्ट ऑफ प्रैशर, जब असी ऑस्मोसिस दे विच प्रैशर लगाने, सो ऑन द बेसिस ऑफ मूवमेंट इन ऑस्मोसिस मॉलीक्यूल्स ऑफ जो सॉल्वेंट मॉलीक्यूल्स है वो लोअर कंसनट्रेशन टू द हायर कंसनट्रेशन जाते हैं। डिफ्यूजन के सल्यूट एंड द सॉल्वेंट मॉलीक्यूल बोथ गोज फ्रॉम हायर कंसनट्रेशन टू द लोअर कंसनट्रेशन। ऑन द बेसिस ऑफ प्रैशर, जब असी प्रैशर लगाने तो अपने कोल की हुंदा है कि या तो प्रोसैस जिहड़ा हैगा रिवर्स हो जाता है तो या तो स्टॉप हो जाता है। लेकिन डिफ्यूजन दे विच एक बारी अगर डिफ्यूजन हो गई तो उन्होंने नहीं सही किया जा सकता, तो रिवर्स भी नहीं किया जा सकता, ना ही स्टॉप किया जा सकता। ऑन द बेसिस ऑफ स्टेट, ऑस्मोसिस सिर्फ लिक्विड्स लिए हैगी है। डिफ्यूजन गैसेस भी हो सकती है तो लिक्विड भी हो सकती है। सो इन द नेक्स्ट लेक्चर वी विल डिस्कस अबाउट द ऑस्मोटिक प्रेशर।